ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਕਮਲਜੀਤ ਕੌਰ ਬਾਂਗਾ, ਆਫੀਸ਼ੀਏਟਿੰਗ ਪ੍ਰਿੰਸੀਪਲ ਨੈਸ਼ਨਲ ਕਾਲਜ ਫਾਰ ਵਿਮਨ ਮਾਛੀਵਾੜਾ। ਅੱਜ ਮੈਂ ਤੁਹਾਡੇ ਸਾਹਮਣੇ ਕਹਾਣੀਕਾਰ ਦਰਸ਼ਨ ਜੋਗਾ ਦੀ ਕਹਾਣੀ ਸ਼ੁਕਰ ਹੈ ਪੇਸ਼ ਕਰਨ ਲੱਗੀ ਹਾਂ। ਕਮਲ ਨੇ ਜਦੋਂ ਦਾ ਜਾਣ ਬਾਰੇ ਕਿਹਾ, ਮੇਰੇ ਅੰਦਰ ਉਦੋਂ ਦੇ ਡੋਬੂ ਪੈ ਰਹੇ ਨੇ। ਮੰਜੇ 'ਤੇ ਬੈਠੀ ਦਾ ਸਿਰ ਗੇੜੇ ਖਾਈ ਜਾਂਦਾ ਹੈ। ਐਂ ਲੱਗਦਾ ਜਿਵੇਂ ਸਿਰ ਦਾ ਪਟਾਕਾ ਪਊ। ਰੋਟੀ ਦੀ ਬੁਰਕੀ ਮੂੰਹ 'ਚ ਪਾਉਣ ਨੂੰ ਉੱਕਾ ਚਿੱਤ ਨਹੀਂ ਕਰ ਰਿਹਾ। ਭੁੱਖ ਮਰ ਗਈ ਹੈ, ਮੂੰਹ ਸੁੱਕੀ ਜਾਂਦਾ ਹੈ। ਮੰਜੇ ਕੋਲ ਸਟੂਲ 'ਤੇ ਪਈ ਗੜਵੀ 'ਚੋਂ ਵਾਰੀ-ਵਾਰੀ ਪਾਣੀ ਦੀਆਂ ਘੁੱਟਾਂ ਨਾਲ ਜੀਭ ਗਿੱਲੀ ਕਰ ਰਹੀ ਹਾਂ। ਸੰਗ ਫਿਰ ਵੀ ਸੁੱਕੀ ਜਾਂਦਾ ਹੈ। ਅੰਦਰਲਾ ਟਿਕਾਉਣ ਦੇ ਬਥੇਰੇ ਹੀਲੇ ਕਰਦੀ ਹਾਂ, ਮਨ ਟਿਕਦਾ ਹੀ ਨਹੀਂ। ਬੈਠੀ ਜ਼ਰੂਰ ਹਾਂ, ਸਾਹ ਸੱਤ ਸੁੱਤੇ ਪਏ ਨੇ, ਦਿਲ ਫੜਕ-ਫੜਕ ਵੱਜ ਰਿਹਾ ਹੈ। ਅੱਖਾਂ ਮੂਹਰੇ ਹਨੇਰਾ ਛਾ ਗਿਆ, ਲੱਗਦਾ ਕਾਲੀ ਘਟਾ ਚੜ੍ਹ ਆਈ ਹੈ। ਮੁਸਲਾਧਾਰ ਮੀਂਹ ਇੱਕੋ ਦਮ ਲੈ ਪਿਆ। ਮੀਂਹ ਦੀ ਹਨੇਰੀ 'ਚ ਮੈਨੂੰ ਸਾਫ਼ ਦਿਸ ਨਹੀਂ ਰਿਹਾ। ਪਾਣੀ 'ਚ ਮੁਟਿਆਰ ਰੁੜੀ ਜਾਂਦੀ ਏ, ਉਸ ਦੀ ਦੇਹ ਨੂੰ ਕਈ ਜਣੇ ਖਿੱਚੀ ਧੂਈ ਜਾਂਦੇ ਨੇ। ਚੀਕਾਂ ਨਾਲ ਮੇਰਾ ਕਾਲਜਾ ਛਲਣੀ ਹੋਈ ਜਾਂਦਾ ਹੈ। ਬਚਾ ਕੋਈ ਨਹੀਂ ਰਿਹਾ। ਧੂਕੇ ਲਿਜਾਣ ਵਾਲੇ ਉਸ ਨੂੰ ਨੋਚ ਰਹੇ ਨੇ, ਛੁਡਾਉਣ ਨੂੰ ਕੋਈ ਨਹੀਂ ਬੋੜਦਾ। ਮੇਰੀਆਂ ਚੀਕਾਂ ਘੁੱਪ ਹਨੇਰੇ ਨਾਲ ਟਕਰਾ ਕੇ ਅੰਨੇ ਸਮੁੰਦਰ ਵਿੱਚ ਗੁੰਮ ਹੋ ਗਈਆਂ। ਮੈਂ ਬੇਸੁੱਧ ਹੋਈ ਪਈ ਹਾਂ। ਕੜਕਦੇ ਨੇ ਗੁਸਲਖਾਨੇ ਦੀ ਕੁੰਡੀ ਖੁੱਲ੍ਹਣ 'ਤੇ। ਦਰਵਾਜ਼ਾ ਚੀਕਣ ਨਾਲ ਭੜਕਦੇ ਨੇ ਬੇਸੁਰਤੀ 'ਚੋਂ ਬਾਹਰ ਆਉਂਦੀ ਹਾਂ। ਵੇਖਦੀ ਹਾਂ, ਕਮਲ ਨਹਾ ਕੇ ਵਿਹੜੇ 'ਚ ਖੜੀ ਹੈ। ਉਸਦੇ ਲੰਮੇ-ਲੰਮੇ ਵਾਲ ਪਿਛਾਂਹ ਪਿੱਠ 'ਤੇ ਵਿਛੇ ਹੋਏ ਨੇ। ਵਾਲਾਂ ਹੇਠਲਾ ਮੋਢਿਆਂ 'ਤੇ ਵਿਛਾਇਆ ਗੁਲਾਬੀ ਤੌਲੀਆ ਅੱਧੀ ਢੂਈ ਨੂੰ ਢੱਕਦਾ ਉਸਦੇ ਗੋਰੇ ਰੰਗ ਦੇ ਨਾਲ ਹੀ ਮਿਲਿਆ ਪਿਆ। ਨਵੇਂ ਡਿਜ਼ਾਈਨ ਦੇ ਫੈਸ਼ਨ ਮੂਜਬ ਉਸਦੀ ਖੱਬੀ ਬਾਂਹ ਉੱਤੇ ਖੁਦਵਾਇਆ ਮੋਟੇ ਪੱਤਿਆਂ ਵਾਲੀ ਕਾਲੀ ਵੇਲ ਸਣੇ ਵੱਡੇ ਸਾਰੇ ਫੁੱਲ 'ਤੇ ਨਿਗਾਹ ਜਾਂਦੀ ਹੈ। ਮੇਰਾ ਕਾਲਜਾ ਧੜਕ-ਧੜਕ ਵੱਜਣ ਲੱਗਦਾ ਹੈ। ਬਦਾਮੀ ਸੂਟ ਤੇ ਉਹੋ ਜਿਹੀ ਨੌ ਪਾਲਿਸ਼ ਲਾ ਕੇ ਪੈਰੀ ਪਾਈ ਕਰੀਮ ਜੁੱਤੀ ਨਾਲ ਖੜਕਦੀਆਂ ਚੂੜੀਆਂ ਵੇਖ ਕੇ ਦਰਜੀਆਂ ਦੀ ਚੰਦੋ ਉਸੇ ਵੇਲੇ ਆਖੂ, ਨੀ ਭਾਨੋ, ਤੇਰੀ ਨੂੰਹ ਤਾਂ ਪੂਰੀ ਸਰਦਾਰਨੀ ਏ। ਕੋਈ ਸੂਟ ਪਾ ਲੈ, ਗੋਰੇ ਰੰਗ 'ਤੇ ਬਣ ਉੱਠਦਾ। ਉਸ ਦੀਆਂ ਗੱਲਾਂ ਮਨ 'ਚ ਆਉਂਦੀਆਂ, ਮਨ ਗੇੜੇ ਖਾਣ ਲੱਗ ਪਿਆ। ਇਹ ਸਰਦਾਰਨੀ ਵਾਲੀ ਦਿੱਖ ਬਣੀ ਰਹੇ, ਇਹੀ ਅਰਦਾਸਾਂ ਵਾਹਿਗੁਰੂ ਮੂਹਰੇ ਕਰੀ ਜਾਂਦੀ ਹਾਂ। ਇਹਦੇ ਉੱਚੇ ਲੰਮੇ ਕੱਦ ਤੇ ਭਰਵੇਂ ਸਰੀਰ ਬੰਨੀ ਮੁੜ ਨਿਗਾਹ ਜਾਂਦੀ ਹੈ। ਇਹਦਾ ਨਾਮ ਕਮਲ ਨਹੀਂ, ਇਹ ਤਾਂ ਹੈ ਹੀ ਕਮਲ ਦਾ ਫੁੱਲ। ਨਿੱਕੀ ਜਿਹੀ ਬੁਨੈਣ ਵਰਗੀ ਅੱਧੀਆਂ ਬਾਹਾਂ ਦੀ ਝੱਗੀ ਤੇ ਖੁੱਲ੍ਹੇ ਜਿਹੇ ਪਜਾਮੇ 'ਚ ਖੜੀ ਐਂ ਲੱਗਦੀ ਹੈ ਜਿਵੇਂ ਫਿਲਮਾਂ ਵਾਲੀ ਹੋਵੇ। ਮਨ ਬੱਸੋਂ ਬਾਹਰ ਹੋਇਆ ਪਿਆ, ਦੇਹ ਕੰਬਦੀ ਹੈ। ਜਵਾਨ ਜਹਾਨ ਨੂੰਹ ਹੈ, ਕਿਵੇਂ ਔਖਾਂ ਤੇ ਲਾਡਾਂ ਪਿਆਰਾਂ ਨਾਲ ਲਿਆਂਦੀ ਏ ਘਰੇ। ਅੱਜ ਦਿਨ ਚੜ੍ਹਦੇ ਨਾਲ ਆਏ ਹਨੇਰ ਦੇ ਫਿਕਰ ਨੇ ਪਿਛਲੇ ਜ਼ਖਮ ਹਰੇ ਕਰ ਦਿੱਤੇ ਨੇ। ਦਰਦਾਂ ਦੀ ਰੀਲ ਤੇਜ਼ੀ ਨਾਲ ਘੁੰਮਣ ਲੱਗਦੀ ਹੈ। ਉਦੋਂ ਵੀ ਹੱਸਦਾ ਵਸਦਾ ਪਰਿਵਾਰ ਸੀ। ਖਿੜੀ ਦੁਪਹਿਰ ਇੱਕਦਮ ਘੁੱਪ ਹਨੇਰੇ 'ਚ ਬਦਲ ਗਈ। ਸਤਿਗੁਰ ਤੇ ਹਾਕਮ ਹੋਰਾਂ ਦਾ ਪਿਓ ਪਲਾਂ 'ਚ ਤੁਰ ਗਿਆ। ਚੰਗੇ ਭਲੇ ਪੈ ਦੇ ਦਰਦ ਜਾ ਉੱਠਿਆ। ਉਦੋਂ ਹੀ ਜੀਪ 'ਚ ਪਾ ਕੇ ਪਿੰਡ ਵਾਲੀ ਸਰਕਾਰੀ ਡਿਸਪੈਂਸਰੀ 'ਚ ਲੈ ਗਏ। ਜਾਂਦਿਆਂ ਨੂੰ ਸਾਹਮਣੇ ਬਰਾਂਡੇ 'ਚ ਖੋਖਰ ਵਾਲੀ ਨਰਸ ਖੜੀ ਸੀ। ਹੈਗੀ ਤਾਂ ਦਾਈ ਸੀ, ਸਰਕਾਰੀ ਕਰਕੇ ਸਾਰੇ ਨਰਸ ਕਹਿੰਦੇ ਆ। ਭੱਜ ਕੇ ਸਾਡੇ ਕੰਨੀ ਨੂੰ ਆ ਗਈ। ਮੇਰੀ ਪੂਰੀ ਸਿਆਣੂ ਸੀ। ਜਦ ਕਦੇ ਜਾਪੇ ਵੇਲੇ ਕਿਸੇ ਤੀਵੀਂ ਦੀ ਮਰਜ਼ ਤਕਲੀਫ ਦੀ ਮੈਨੂੰ ਨਾ ਸਮਝ ਲੱਗਦੀ, ਅਸੀਂ ਦੋਵੇਂ ਰਾਇਵਾੜੀ ਕਰ ਲੈਂਦੀਆਂ। ਵੱਡਾ ਪਿੰਡ ਏ, ਕਿਸੇ ਨਾ ਕਿਸੇ ਅਗਵਾੜ 'ਚ ਕਦੇ ਉਹ ਕਦੇ ਮੈਂ ਜਾਪਾ ਕਰਵਾਉਂਦੀਆਂ, ਆਉਂਦੀਆਂ ਜਾਂਦੀਆਂ ਮਿਲਦੀਆਂ ਰਹਿੰਦੀਆਂ। ਗੱਲ ਸੁਣ ਕੇ ਉਹ ਸਿਰ ਮੁੱਦ ਡਾਕਟਰ ਬੰਨੀ ਭੱਜੀ। ਆ ਕੇ ਵੇਖ ਕੇ ਡਾਕਟਰ ਨੇ ਪੁੱਠਾ ਹੱਥ ਫੇਰਤਾ, ਜੀਪ 'ਚੋਂ ਲਾਇਆ ਵੀ ਨਹੀਂ। ਕਹਿੰਦਾ, ਲੈ ਜਾਓ, ਇਹਦੇ 'ਚ ਕੁਛ ਨਹੀਂ। ਦਿਲ ਫੇਲ ਹੋ ਗਿਆ। ਰੋਂਦੇ ਕੁਰਲਾਉਂਦੇ ਘਰੇ ਚੱਕ ਲਿਆਏ। ਚਾਰੇ ਪਾਸੇ ਹਨੇਰ ਛਾ ਗਿਆ। ਕੁਝ ਸਮਝ ਨਹੀਂ ਆਉਂਦਾ ਸੀ। ਬਥੇਰਾ ਵਿਲਕੀ ਆਪਦਾ ਸਰੀਰ ਤੋੜਿਆ, ਪਰ ਕਿਹੜਾ ਉਹਨੇ ਮੁੜ ਆਉਣਾ ਸੀ। ਅਖੀਰ ਮਨ ਨੂੰ ਸਮਝਾਇਆ, ਤਕੜਾ ਕੀਤਾ। ਜਵਾਕਾਂ ਦੇ ਮੂੰਹ 'ਚ ਪਾਉਣ ਨੂੰ ਯੋਗਤਾ ਇਕੱਠੀ ਕਰਨੀ ਸੀ। ਬਾਹਰ ਨਿਕਲਦੀ ਪਰਾਏ ਲੋਕਾਂ ਦੇ ਤਿੱਖੇ ਜ਼ਹਿਰੀਲੇ ਤੀਰ ਤਾਂ ਝੱਲਦੀ ਸੀ, ਆਪਣੀਆਂ ਸਕੀਆਂ ਸ਼ਰੀਕਣੀਆਂ ਵੀ ਕੋਈ ਕਸਰ ਨਾ ਛੱਡਦੀਆਂ। ਗਿਆਨ ਕਾਹਦਾ ਤੁਰ ਗਿਆ, ਇਹਨੂੰ ਤਾਂ ਖੁੱਲ੍ਹ ਹੋ ਗਈ। ਨਿੱਤ ਨਵੇਂ ਸੂਟ ਬਦਲ ਨਿਕਲਦੀ ਹੈ। ਪੁੱਛਣ ਵਾਲਾ ਹੋਵੇ, ਕੰਮ ਕਰਨ ਜਾਂਦੀ ਹੈ ਕਿ ਮੇਲੇ ਜਾਂਦੀ ਹੈ। ਦੂਜੀ ਰਹਿੰਦੇ ਅੰਗਿਆਰ ਹੋਰ ਧਰਦੀ ਤੜਫਦੀ ਤੇ ਬੰਦੇ ਤੋਂ ਬਿਨਾਂ ਕਾਹਦਾ ਡਰ ਹੈ, ਮਾਨਾਈਆਂ ਕਰਦੀ ਹੈ। ਸਿਰੋਂ ਪਰੇ ਭੈੜੀਆਂ ਹਵਾਵਾਂ ਵਗੀਆਂ, ਝੱਲੀਆਂ ਸਭ ਦੀਆਂ ਮਨ ਪਿੰਡੇ ਤੇ। ਦੁਨੀਆ ਦੀਆਂ ਗੱਲਾਂ ਤੋਂ ਬੇਪਰਵਾਹ ਹੋ ਕੇ ਆਪਦੀ ਦੇਹ ਵੇਲੀ।
ਇੰਨੇ 'ਚ ਜਵਾਕ ਉਡਾਰ ਹੋ ਗਏ। ਵੱਡਾ ਸਤਿਗੁਰ ਪੜ੍ਹ ਗਿਆ, ਨੌਕਰੀ ਲੱਗ ਗਿਆ ਬੈਂਕ 'ਚ। ਬਰੋਬਰ ਦੀ ਘਰ ਵਾਲੀ ਮਿਲ ਗਈ, ਨੌਕਰੀ ਤੇ ਲੱਗੀ। ਇਹ ਛੋਟਾ ਹਾਕਮ ਛੋਟਾ ਹੁੰਦਾ ਹੀ ਮੇਰੇ ਹੌਂਕੇ ਹਾਵਿਆਂ ਨੂੰ ਸੁਣਦਾ ਨਰਮ ਦਾ ਨਰਮ ਰਹਿ ਗਿਆ। ਸਤਿਗੁਰ ਦਾ ਵਿਆਹ ਹੋਣ ਸਾਰ ਤੀਵੀਂ ਨੂੰ ਲੈ ਕੇ ਅੱਡ ਪਰੇ ਹੋ ਕੇ ਬਹਿ ਗਿਆ। ਮਾਂ ਦਾ ਫਿਕਰ ਤਾਂ ਕੀ ਕਰਨਾ, ਜੇ ਕਦੇ ਗੱਲ ਵੀ ਕਰਦੀ ਉਲਟਾ ਬਘਿਆੜ ਵਾਂਗੂ ਭੱਜ ਕੇ ਪੈਂਦਾ। ਅਖੇ ਦੱਸ, ਤੂੰ ਮੈਨੂੰ ਅੰਗਰੇਜ਼ੀ ਸਕੂਲਾਂ 'ਚ ਪੜ੍ਹਾਉਂਦੀ ਰਹੀ ਹੈ। ਰੁਲ ਖੁੱਲ ਕੇ ਮੈਂ ਆਪਦੀ ਮਿਹਨਤ ਨਾਲ ਪੜ੍ਹ ਕੇ ਰੋਟੀ ਜੋਗਰਾ ਹੋ ਗਿਆ, ਤੈਨੂੰ ਕੀ ਦੇ ਦਿਆ? ਮੈਂ ਕਿਹਾ, ਆ ਬਥੇਰਾ ਕੁਛ ਦੇਤਾ ਤੂੰ, ਇਹੀ ਬਹੁਤ ਹੈ। ਮਾਂ ਨੂੰ ਸ਼ੁੱਧ ਬੋਲ ਲਿਆ ਕਰ। ਅੰਦਰਲਾ ਮੱਚਦਾ ਪਰ ਕੀ ਜ਼ੋਰ ਹੈ, ਆਪਦੇ ਢਿੱਡੋਂ ਕੱਢੇ ਨੇ। ਆ ਵਿਚਾਰੇ ਹਾਕਮ ਨੇ ਮਸਾਂ ਡਿੱਗਦੇ ਪੈਂਦੇ ਨੇ 12 ਕੀਤੀਆਂ। ਇਸੇ ਕਰਕੇ ਦਰ ਦਰ ਦੀਆਂ ਠੋਕਰਾਂ ਖਾਂਦਾ ਫਿਰਦਾ ਰਿਹਾ। ਕੋਈ ਕੰਮ ਨੌਕਰੀ ਚੱਜ ਦੀ ਤਾਂ ਹੀ ਮਿਲੇ ਜੇ ਚੰਗਾ ਪੜ੍ਹਦਾ। ਪਿਓ ਵਿਚਾਰਾ ਸਾਰੀ ਉਮਰ ਜੱਟਾਂ ਦੇ ਖੇਤਾਂ 'ਚ ਦੇ ਵੇਲਦਾ ਰੁਲਦਾ ਫਿਰਦਾ ਰਿਹਾ। ਵਿਆਹ ਸ਼ਾਦੀਆਂ ਮਰਨੇ ਪਰਨੇ ਤੇ ਅਗਵਾੜ ਤੇ ਲੋਕ ਚੱਲੀ ਆਉਂਦੀ ਰੀਤ ਮੁਜਬ ਮਹਿਰੇ ਨੂੰ ਪਾਣੀ ਧਾਣੀ ਵਾਸਤੇ ਜ਼ਰੂਰ ਬੁਲਾ ਲੈਂਦੇ। ਉਵੇਂ ਕਦੇ ਕਦੇ ਹਾਕਮ ਵੀ ਜਾਂਦਾ ਰਿਹਾ ਉਸ ਦੇ ਮਗਰੋਂ। ਜਿਉਂਦਾ ਰਹੇ ਆਪਣੇ ਪਿੰਡ ਵਾਲਾ ਕਰਮਸੂ ਵਕੀਲ, ਬਲਾਈ ਚੰਗਾ। ਇੱਕ ਦਿਨ ਲੰਘਿਆ ਜਾਂਦਾ ਕਹਿੰਦਾ, ਐ ਵਿਹਲਾ ਕਿਉਂ ਤੁਰਿਆ ਫਿਰਦਾ? ਤੂੰ ਮੇਰੇ ਕੋਲ ਕਚਹਿਰੀ ਆ ਜਾ, ਟਾਈਪ ਕਰਨੀ ਸਿੱਖ ਲੈ, ਉੱਥੇ ਕਹਿ ਮੈਂ ਦਿਉ, ਵਧੀਆ ਕੰਮ ਚੱਲੂ ਤੇਰਾ। ਉਹ ਲੈ ਗਿਆ। ਜਦੋਂ ਪਹਿਲਾਂ ਕਰਮਸੋਂ ਪਿੰਡ ਰਹਿੰਦਾ ਸੀ, ਉਦੋਂ ਇਹ ਛੋਟਾ ਹੁੰਦਾ ਉਹਨਾਂ ਦੇ ਘਰੇ ਪਾਣੀ ਪੂਣੀ ਭਰ ਆਉਂਦਾ ਸੀ। ਟੂਟੀ ਆਈ ਤੋਂ ਮੋਹ ਰੱਖਦਾ ਸੀ ਕਰਮ ਸਿਓ। ਘਰੋਂ ਆਪਣਾ ਪੁਰਾਣਾ ਕੰਪਿਊਟਰ ਚਕਾਤਾ। ਉਹਦੇ ਮੁੰਡੇ ਬਿਕਰਮ ਦਾ ਸੀ, ਉਹ ਕਈ ਸਾਲ ਹੋ ਗਏ ਬਾਹਰਲੇ ਦੇਸ਼ ਵਗ ਗਿਆ। ਵਕੀਲ ਨੇ ਕਹਿ ਕੇ ਟਾਈਪ ਸਿਖਾਤੀ। ਪੁਰਾਣੀ ਮੋਪੜ ਖੜੀ ਸੀ ਅੰਦਰ, ਕਹਿੰਦਾ ਇਹਨੂੰ ਸਮਰਾ ਲੈ। ਉਹਦੀ ਕੁੜੀ ਰੂਪੀ ਜਾਂਦੀ ਹੁੰਦੀ ਸੀ ਸਕੂਲ ਇਹਦੇ ਤੇ। ਹੁਣ ਤਾਂ ਵਿਆਹੀ ਹੋਈ ਹੈ, ਅਬੋਰ ਤਕੜਾ ਘਰ ਹੈ, ਜਮਾਈ ਕੋਈ ਵੱਡਾ ਅਫਸਰ ਦੱਸਦੇ ਨੇ। ਕਰਮਸੋਂ ਹਾਕਮ ਨੂੰ ਕਈ ਵਾਰ ਤਿੱਥ ਤਿਉਹਾਰ ਨੂੰ ਤੋਰ ਦਿੰਦਾ ਕੁੜੀ ਕੋਲੇ ਚੀਜ਼ ਵਸਤ ਫੜਾਉਣ। ਮੰਡੀਓਂ ਸਿੱਧੀ ਰੇਲ ਜਾਂਦੀ ਹੈ ਗੰਗਾ ਨਗਰ ਵਾਲੀ। ਹਾਕਮ ਦੱਸਦਾ ਹੁੰਦਾ, ਵੱਡੇ ਵੱਡੇ ਕਿੰਨੂਆਂ ਦੇ ਬਾਗ ਨੇ, ਮੁੜਨ ਵੇਲੇ ਗੱਟਾ ਭਰ ਦਿੰਦੇ। ਹਾਕਮ ਨੂੰ ਅੱਡ ਝੋਲੇ 'ਚ ਦਿੰਦੇ ਜਵਾਕਾਂ ਵਾਸਤੇ। ਕਰਮਸਿਉਂ ਦੀ ਘਰ ਵਾਲੀ ਵੀ ਚੰਗੀ ਹੈ, ਇਕੱਲੇ ਨੇ ਦੋਵੇਂ ਐਡੀ ਕੋਠੀ 'ਚ। ਹਾਕਮ ਦਾ ਉਹਨਾਂ ਨੂੰ ਪੂਰਾ ਸੁੱਖ ਹੈ। ਪੁਰਾਣੇ ਕੰਪਿਊਟਰ ਦੇ ਤਾਂ ਮਗਰੋਂ ਥੋੜੇ ਥੋੜੇ ਕਰਕੇ ਇਹਨੇ ਪੈਸੇ ਦੇਤੇ ਸੀ। ਮੋਪੜ ਦਾ ਨਹੀਂ ਕੁਛ ਲਿਆ ਵਕੀਲ ਨੇ। ਹਾਕਮ ਦੱਸਦਾ ਹੁੰਦਾ, ਹੁਣ ਜਾਣ ਸਾਰ ਮੈਂ ਪਹਿਲਾਂ ਆਪਦਾ ਕੰਮ ਕਰਦਾ ਹੁੰਦਾ, ਦੁਪਹਿਰ ਵੇਲੇ ਜਿਹੜੇ ਵਕੀਲ ਦੇ ਕਾਗਜ਼ ਹੁੰਦੇ ਆ ਉਹ ਕਰ ਦਿੰਦਾ। ਪਹਿਲਾਂ ਤਾਂ ਕੁਝ ਚਿਰ ਵਕੀਲ ਦੇ ਦਫ਼ਤਰ ਮੂਹਰਲੇ ਬਰਾਂਡੇ 'ਚ ਬਹਿੰਦਾ ਰਿਹਾ, ਫਿਰ ਆਪਦਾ ਖੋਖਾ ਧਰ ਲਿਆ। ਮੁੱਕਦੀ ਗੱਲ, ਆਪਦੀ ਖੋਰੀ ਖੋਟਣ ਜੋਗਾ ਹੋ ਗਿਆ। ਇਸੇ ਰੁਜ਼ਗਾਰ ਕਰਕੇ ਵਿਆਹਿਆ ਵੀ ਗਿਆ। ਘਰ ਘੁਰ ਤੋਂ ਮੈਂ ਕੀ ਲੈਣਾ ਸੀ, ਕੁੜੀ ਮਿਲ ਗਈ ਕੂੰਜ ਵਰਗੀ। ਇਹ 13 ਜਮਾਤਾਂ ਪਾਸ ਹੈ, 3 ਭੈਣਾਂ ਨੇ। ਹਾਕਮ ਤੜਕੇ ਹੀ ਮੋਪੜ ਤੇ ਰੋਟੀ ਵਾਲਾ ਡੱਬਾ ਟੰਗ ਕੇ ਤੁਰ ਜਾਂਦਾ। ਹੱਥ ਨੇ ਘਰੇ ਆ ਖਾਂਦਾ। ਮੰਡੀ ਕਿਹੜਾ ਦੂਰ ਹੈ, 10 ਕੋਹ ਦੀ ਵਾਟ ਹੈ। ਕਿੰਨੇ ਸਾਲ ਹੋ ਗਏ, ਕੰਮ ਬਾਲਾ ਚੰਗਾ ਨਹੀਂ ਤਾਂ ਮਾੜਾ ਵੀ ਨਹੀਂ, ਘਰ ਦਾ ਰੋੜੂਆ ਰੋੜੀ ਜਾਂਦਾ। ਉਹ ਤਾਂ ਉੱਠਣ ਸਾਰ ਵਿਚਾਰਾ ਮੰਡੀ ਨੂੰ ਤੁਰ ਗਿਆ ਮੋਪੜ ਲੈ ਕੇ। ਮੈਂ ਕਿੱਧਰ ਨੂੰ ਜਾਵਾਂ, ਇਹਨੇ ਮਗਰੋਂ ਆ ਵੰਜ ਗੱਡਤਾ, ਅਕੇ ਮੈਂ ਜਾਣਾ। ਦਿਲ ਘਟੀ ਜਾਂਦਾ, ਕੋਈ ਗੱਲ ਸਮਝ ਨਹੀਂ ਆਉਂਦੀ। ਕਮਲ ਦਬਾ ਦਬ ਜਸ਼ਨ ਤੇ ਪਲਕ ਨੂੰ ਤਿਆਰ ਕਰਕੇ ਦੁਪਹਿਰ ਦੀ ਰੋਟੀ ਵਾਲੇ ਡੱਬੇ ਉਹਨਾਂ ਦੇ ਬੈਗਾਂ 'ਚ ਪਾਈ ਜਾਂਦੀ ਹੈ। ਪਾਣੀ ਵਾਲੀਆਂ ਬੋਤਲਾਂ ਉਹਨਾਂ ਦੇ ਹੱਥਾਂ 'ਚ ਲਈ ਵਰਦੀਆਂ ਕੱਸੀ ਖੜੇ ਆਪਸ 'ਚ ਗੱਲਾਂ ਕਰੀ ਜਾਂਦੇ ਆ। ਜਵਾਕਾਂ ਬੰਨੀ ਵੇਖ ਕੇ ਮਨ ਸਗੋਂ ਹੋਰ ਭਰ ਭਰ ਆ ਰਿਹਾ। ਇਹਨਾਂ ਬਲੂਰਾਂ ਨੂੰ ਕੀ ਪਤਾ ਆਪਦੀ ਦਾਦੀ ਦੀ ਅੰਦਰਲੀ ਦਿਸ਼ਾ ਦਾ। ਸਕੂਲ ਵਾਲੀ ਬੱਸ ਦਾ ਹਾਰਨ ਵੱਜਦਾ ਸੁਣ ਉਹ ਦੋਵੇਂ ਹੱਸਦੇ ਗੱਲਾਂ ਕਰਦੇ ਪਿੱਠਾਂ ਤੇ ਬਸਤੇ ਲਮਕਾਈ ਘਰੋਂ ਬਾਹਰ ਨੂੰ ਤੁਰ ਜਾਂਦੇ ਨੇ। ਅੱਜ ਤਾਂ ਪੂਰੇ ਛੋਲੇ ਹੱਥਾਂ ਨਾਲ ਹੋਰ ਕੰਮ ਵੀ ਦਬਾ ਦਬ ਨਿਬੇੜ ਰਹੀ ਹੈ। ਉਸਦੀ ਤੇਜ਼ੀ 'ਚੋਂ ਉਸਦੀ ਫੁਰਤੀ ਦਾ ਪਤਾ ਲੱਗ ਰਿਹਾ ਹੈ। ਰਸੋਈ ਵਾਲੀ ਟੂਟੀ ਦੇ ਪਾਣੀ ਦੇ ਖੜਕੇ ਤੋਂ ਪਤਾ ਲੱਗਦਾ ਉਹ ਭਾਂਡੇ ਧੋਈ ਜਾਂਦੀ ਹੈ। ਹੁਣ ਰਸੋਈ 'ਚੋਂ ਹਵਾ ਬਾਹਰ ਕੱਢਣ ਵਾਲੇ ਪੱਖੇ ਦਾ ਖੜਕਾ ਬੰਦ ਹੋ ਗਿਆ। ਇਹ ਪੱਖਾ ਕਾਹਦਾ ਬੰਦ ਹੋਇਆ? ਲੱਗਦਾ ਅੱਜ ਮੇਰੇ ਅੰਦਰਲਾ ਪੱਖਾ ਵੀ ਬੰਦ ਹੋਊਗਾ। ਮੈਂ ਬਥੇਰਾ ਸਮਝਾਇਆ ਇਹਨੂੰ ਪਰ ਨਹੀਂ ਸਮਝਦੀ। ਮੈਨੂੰ ਆਖੂ, ਬੀਬੀ ਤੁਸੀਂ ਆਪਦੇ ਵੇਲੇ ਆਪਣੀ ਸਮਝ ਵਰਤੀ ਹੈ, ਹੁਣ ਉਹ ਜ਼ਮਾਨਾ ਨਹੀਂ ਜਿਵੇਂ ਤੁਸੀਂ ਕਰਦੇ ਸੀ। ਮਖਿਆ ਨੀ ਸਿਆਣੀਏ, ਗੱਲ ਇਹੀ ਗੱਲ ਤਾਂ ਤੈਨੂੰ ਮੈਂ ਕਹਿੰਦੀ ਆ। ਸਾਡੇ ਵੇਲੇ ਬਥੇਰਾ ਨਰਕ ਉੱਭਰਿਆ ਰਹਿੰਦਾ ਸੀ, ਹੁਣ ਉਸ ਤੋਂ ਵੀ ਗਾਹਾਂ ਲੰਘੇ ਖੜੇ ਨੇ ਲੋਕ। ਇਹ ਦੁਨੀਆ ਤਾਂ ਮੁੱਕਣ ਤੇ ਆਈ ਖੜੀ ਹੈ, ਤੂੰ ਸਮਝ ਵਰਤ, ਵਕਤ ਮਾੜਾ ਹੈ, ਮੇਰੀ ਇੱਕ ਨਹੀਂ ਸੁਣੀ। ਹਾਕਮ ਵਿਚਾਰਾ ਆਪ ਚੁੱਪ ਕਰ ਜਾਂਦਾ। ਆਖੋ ਕਰਨੀ ਤਾਂ ਬੀਬੀ ਇਹਨੇ ਆਪਦੀ ਮਰਜ਼ੀ ਆ। ਇੱਕ ਦਿਨ ਮੇਮ ਨੇ ਹੋਰ ਗੱਲ ਕੱਢ ਮਾਰੀ, ਅਕੇ ਬੀਬੀ
तू नाव तां इहदा हाकम धर लिया। मैं तां इहदी हुकूमत किते चलदी वेखी नहीं। बस वो वकील दे दफ्तर मूहरे खोखे च सारी उम्र लंघाती। घर च कदे 2 पल आराम नहीं कीता, ना कराया किसे नूं। मैं भी दस की करा। जवाक भी वड्डियां जमातां च ने, इन्हां दियां वर्दियां ते फीसां वेले हर वारी झज्जू पैंदा। सब मेरे गल मड़दू। आखू मैं तेनू फड़ा दिना जिन्ने हुंदे ने। घरे कोई सहूलत नहीं। रोज़ शहर च रहिंदे किवें घर लोकां ने सुरग बनाए पए ने। जे बाहर निकलांगे तां ही कुछ बनू। घरे बैठिਆਂ ਨੂੰ कोई थोड़ा दे के जाऊ। मैं क्या तेरी गल तां ठीक है, हुकूमत तां पुत आपदे घरे ही हुंदी है, बाहर तां जेड़ा काम है उही करूँ। मेरी गल अनसुनी करके अंदर नूं तुर गई। मैं इहदा विहार देख के अंदरे अंदर भुज गई। जे मेरा पुत इन्ना पूना है तां ही तां फिकर लग्या खड़ा है। इनू भगत नूं अज दे जमाने दी हवा कित्थे लगी है। जे ये भी वड्डे वर्गा चुस्त बन जांदा, सिੱਟਦਾ रुपइयां दे थब्बियां दे थब्बे, इहदी की मजाल सी चवरिक्कियां करन दी। नाले आ फिकर थोड़ो वड्ड वड्ड खांदा है। मन च तां बथेरियां आउंदियां। अखीर सब सुन के चुप कर गई। सोचां सोच सोच के मन घाटीए पिया खड़ा है। उसके कमरे चों टैलीविज़न की आवाज़ आउणों हट गई। कपड़े बदलन वेले ये बाहर भेड़ लैंदी है। फिर जदों दुबारे टैलीविज़न सुनन लगदा है, बाहर आउंदी दे नाल ही अतर फलेल दीयां खुशबूआं आउण लगदियां ने। रब दा शुकर करदी आं, चलो दोवें आपदे घरे भैण भाइयां दे बरोबर चंगा पैनन पचरन जोगरे हैगे आ। पर अज इहदियां गल्लां ने मेरा अंदर हिलाया पिया है। पिंडे ते लाउण छिड़कण वालियां शीशियां दे मुश्क नाल मैं बेसुरत होण वाली होई पईआं। जे मेरी ये मन लैंदी चंगा होना सी, पर नहीं मन्नी। इहदा दुख मैथों वेखिया नहीं जाना। बीबी आ स्टूल ते परौंठा ते दही उवें पए ने, खा लै। तेरी दोपहर की रोटी मैं रसोई च रखती। काम वालियां कुड़ियां आउणगियां, उन्हां नूं कह दी गर्म करके दे देणगियां। दुध उबाल के फ्रिज च रखता। जशन ते पलक स्कूलों आउणगे, उन्हां नूं चाह बना के पिला देणगियां। जैकी दी रोटी ते दुध मैं उसके भांडे च पाता, बरांडे च बन्निया होया। अपने कमरे चों बैग लै चकवें पैरी वो दरवाजे तो बाहर हो गई। किसी मोटर गड्डी दे स्टार्ट होने की आवाज़ आई है। मेरियां तां सारियां इंद्रियां सुन्न हो गईयां। रब मूहरे हथ बन अरदासां करन लगदियां। इस दियां आप हुदरियां गल्लां नाल चुप तां की गुमसुम हो गईयां। मंजे ते बैठियां बुत बनी। रात नूं उत्ते लैण वाली चादर भी तय करके सराहने नहीं रखी गई, उवें सप वांगू मेरे हेठ ही इकट्ठी हुई पई है। बस इस दी इक्को गल ने साह सूत रखे ने, जिद करती है बहुत। कई बार जिद पुग जाती है, पर अज वर्गी गल ते कीती जिद बंदे नूं खत्म कर देती है। इंदियां मन आईयां दी रील होर तेज़ लाटू वांग अंदरे अंदर घूमन लगी है। पता नहीं कित्थों इहदे मन च आई आ ब्यूटी पार्लर वाली गल। मैनू पुछन लगी, मखिया वेख लो भाई, पिंड दा काम है, इत्थे इहो जिहा काम घट ही लोट आउंदा है। मैं घर घर आउंदी जांदी रहनी आ। पिंडां दे लोकां दी समझ होर हुंदी है, शहरी होर हिसाब दे हुंदे ने। तैनू पता ही है बीबी, इन्हां दा काम किन्ना कू है। मैं घरे वेली बैठी हाँ, कुछ करांगे तां तोरूआ तुरू घर दा। मैं सुन के चुप कर गई। दूजे दिन हाकम नाल ही उठ के तैयार होण लग पई। मैं पुछया तां कहंदी मैं काम सीखण जाया करना, हफ्ते कु दी गल है। तड़के हाकम नाल जांदी, दुपहरे कल्ली मुड़ आउंदी। एक दिन ये ते हाकम किन्नियां ही भांत भांत दीयां शीशियां ते होर लटर पटर दे डब्बे 3 पहियां वाले भूण जे च लद लिआए। मेरा अंदर पूरा डर। पिंड दा काम है, किते होर नवां चांदना चढ़ा देन। रात नूं पैण वेले हाकम नूं पुछया वी पैसिਆਂ दा किवें कीता। कहंदा बैंक करजा दिंदी है, इसे करके तां काम सीखण जांदी रही है। वो सर्टिफिकेट दिंदे ने। मैं करमसूं तो भी कहाता सी, बैंक मैनेजर नूं बैंक ने लोन मंजूर करता। मैनूं सुन के एकदम धक्का लग्या। कहंदा नहीं तू फिकर ना कर, आपे किश्त भरदी रहू, तैनूं पता इहदे कम्मां दा तेज है। वे बहुती तेजी भी बंदे दे पैर उखाड़ दिंदी है। कुछ नहीं हुंदा कह के चुप कर गया। अगले दिन बाहरली बैठक मूहरे फट्टा जिहा लमकाता। जशन दस्से खुशी ब्यूटी पार्लर खोलिया बीबी मेरी मम्मी ने। पिंड दीयां कुड़ियां बहूआं दा तां दिनां च इहदे कोल मेला लगन लग पिया। पढ़ियां लिखियां वध आउंदियां। मेरा मन अंदरों दहलिया करे। मुटियार धीआं ने लोकां दीआं, कोई कसूता पंगा बिज पै गया, चुगना औखा हो जू। रोज़ नवीआं नवीआं चीज़ां लिया के विखाउंदी, बीबी वेख किवें लगदियां।
कदे जवाक चक लियाउंदे शीशियां डब्बियां जियां, बीबी आ वेख ओ वेख। मैं आखिया वे मैनू इन्हां दा की भेत है। दुकान करी तो कुछ चिर मगरों दर्जियां दी चंदो घरे आ गई। बैठी रही गल्लां करदी, जान लगी कहंदी नी तेरी नूंह दा पार्लर तां विखा दे अंदरों, बाहरों तां कुछ दींदा नहीं। बाहरले बाहर बन्नी जांदियां असीं दोवें अंदर वड़ गईयां। चारे पासे शीशे। मैं तां आपदा मूँह देख के भवत्तर गई, किहदा की बनिया पिया। खड़ी मैं तां आपदे बन्नी झाकी जावां, आपदी ओ सियान ना आवे। मूँह ते गर्दन दा मास किवें ढिलकिया पिया, किहदा की बन गया देह दा। लत्तां पुराने वन दे डाहणियां वांगू विंगीਆਂ कमान बणीਆਂ दिसन। ਐਡੇ ਵੱਡੇ शीशे ਮੂਹਰੇ मैं तां कदे खड़ी हो नहीं सी, जिंदे च सिर तो लैके पैरां तक शरीर दिंदा होवे। पिठ पवा के दूजी कंध बन्नी झाकदियां। शीशियां वालियां अलमारियां च नवें नवें डिजाइन दे कुड़ियां वाले कपड़े टंगे पए ने, भांत भांत दे रंगां दीयां अंगियां, लैस वालियां समीज़ां ते होर बथेरा कुछ। एक पासे गद्दे वालियां उच्चियां उच्चियां दो कुर्सियां, कोल निक्की जी टूटी, मूहरे मूँह धोण वाला चिट्टा चीनी दा बट्ठल जिहा। वेख के चंदो कहंदी आ काहदे वास्ते आ। मैं आखिया मैं तां आप तेरे वर्गी हाँ भैणे, मैं नहीं अंदर वड़दी। ये आपदा आप वेखण समझण। मुड़दी दे दिमाग 'च सगों होर नवां गुबार चढ़ गया। मैनू तां इन्हां गल्लां तो डर बहुत लगदा। रात नूं कई वार किन्ने होरू जे ख्याल मन 'च भारू हो जांदे। नींद नहीं आउंदी, नींद आउणी तां की, मैं तां दहल जानी आ। डरदी इन्हां तो कुछ पुछदी भी नहीं, भज के पैणगे। कई बार दिन चढ़दे नाल होर ही भांत भांत दियां चढ़ियां जियां अखां वालियां खड़दियां, उन्हां दियां निक्कियां निक्कियां झग्गियां ते घुटवियां जियां लियोड़ां वर्गियां मोटियां पैंटां जिन्हां नूं ये जीना जीना करदियां रहिंदियां ने। वेख के मैं हैरान होई जानी आ, ये बਹਿੰਦੀਆਂ ਉੱਠਦੀਆਂ किवें ने। जे किते कमल घर दे काम 'च इधर उधर हुंदी तां मैनू बिठाउणियां पैंदियां ने। एक आई बहुत चरपरी पटक पटक गल्लां करे। जै खने दी मेरियां उंगलां फड़ के आखदी आंटी जी वेखो मेरे प्रोडक्ट दा कमाल। मैं आखिया फोट तेरे लगदी आंटी दी। निक्की जी शीशी खोल के मेरियां उंगलां ते नोहां ते लाउण लग पई। मैं हत्थ छुड़ा लिया, फिर भी इहो जी हरांबड़ वेखी हसदी हसदी मेरे गूठे ते घसा गई। वारनिश दे मुश्क जिहा प्याजी जिहा रंग मैं उसे वेले चुन्नी नाल लाता। इन्ने नूं कमल आ गई, वो लै गई। तुरदी दे उच्चे उच्चे सैंडल ते तौर वेख के भै आवे। कमल ने मगरों आके दस्सिया ये कंपनी वालियां ने, ये नहीं जकदियां जुकदियां, इन्हां दा काम है, बथेरे पैसे कमाउंदियां ने ये। मैं किहा आहो सारा मुल्क तां हुण इन्हां कम्मां ते होया पिया। विआही कुवारी दा फर्क पता नहीं लगदा, सब दे मूँह सिर रंगे होए ने। इन्हां च रहिंदी उठदी बहिंदी कमल भी उन्हां वर्गे उच्चे नीवें जे कपड़े पाउण लग पई। हत्थ ने वेली हो के कमीज सलवार दी थां निक्की जी बनैन वर्गी झग्गी ते लिलक करदा पैंट पजामा जिहा पा के कहंदी रोटी फड़ाउण आई बोलदी इन्नी गर्मी 'च पहाड़ी कपड़े पा के रसोई 'च कित्थे काम हुंदा। मैं किहा भाई जिवें सूत आउंदा करी चलो। सूत आउण वाली गल तो चेते आउंदा उस दिन मेरा चित्त बहुत खराब होया, ਜਿਹੜੀਆਂ ਗੱਲਾਂ ਤੋਂ ਡਰਦੀ ਸੀ। ਦੋਵੇਂ ਜਵਾਕ ਸਕੂਲੋਂ ਆ ਕੇ ਮਾਂ ਕੋਲ ਅੰਦਰ ਵੜੇ ਬੈਠੇ ਵੇਖਦੇ ਰਹਿੰਦੇ। ਜਸ਼ਨ ਤੇ ਪਲਕ ਜਦੋਂ ਸੁਬਾਤ 'ਚ ਆਏ ਮੇਰੇ ਤਾਂ ਸਿਆਣ 'ਚ ਹੀ ਨਾ ਆਉਣ। ਜਸ਼ਨ ਦੇ ਸਿਰ ਤੇ ਕੱਦੂ ਵਰਗਾ ਜੂੜਾ ਹੈ ਨਹੀਂ ਸੀ, ਗਿੱਚੀ ਐ ਕੱਢੀ ਪਈ ਮੁੱਚਰ ਵਰਗੀ, ਸਿਰ ਤੇ ਨਿੱਕੀਆਂ ਨਿੱਕੀਆਂ ਬੂਦਰੀਆਂ ਤਾਹਾਂ ਨੂੰ ਐ ਖੜੀਆਂ ਜਿਵੇਂ ਮੀਂਹ ਮੰਗਣ ਵਾਲਾ ਬੋਦਾ ਖੜਾ ਹੁੰਦਾ ਆ। ਇਹੀ ਹਾਲ ਪਲਕ ਦੇ ਲਿਸ਼ ਕਰਦੇ ਪੂਰੇ ਢੂਈ ਤੱਕ ਆਉਂਦੇ ਦੀ ਥਾਂ ਲੱਡੇ ਕੀਤੇ ਵਾਲਾਂ ਦੀ ਛਤਰੀ ਜੀ ਬਣਾਈ ਪਈ ਸੀ। ਮੈਂ ਕਿਹਾ ਇਹ ਕੀ ਵੇ? ਉਸੇ ਵੇਲੇ ਸਾਹ ਨਿਕਲਣ ਵਾਲਿਆਂ ਵਾਂਗੂ ਚੀਕ ਮਾਰ ਕੇ ਕਮਲ ਨੂੰ ਬੋਲ ਮਾਰਿਆ ਤਾਂ ਕਹਿੰਦੀ ਮੰਮੀ ਅੱਜ ਕੱਲ੍ਹ ਤਾਂ ਜਵਾਕ ਵੇਖੋ ਵੇਖੀ ਐਂ ਕਰਦੇ ਨੇ, ਕਿੰਨੇ ਦਿਨਾਂ ਦੇ ਤੰਗ ਕਰਦੇ ਸੀ। ਮੈਂ ਕਾਜਲ ਨੂੰ ਕਿਹਾ ਮੁਕਾ ਕੰਮ, ਇਹਨਾਂ ਨੇ ਨਹੀਂ ਹਟਣਾ। ਮੈਂ ਕਿਹਾ ਨਹੀਂ ਆਪਣੇ ਤਾਂ ਵੱਡ ਵਡੇਰਿਆਂ ਦੀ ਨਿਸ਼ਾਨੀ ਨੇ ਕੇਸ। ਕੁਝ ਕਹੇ ਬਿਨਾ ਫਿਰ ਦੁਕਾਨ 'ਚ ਵੜ ਗਈ। ਮਨ ਔਖਾ ਰਿਹਾ ਕਈ ਦਿਨ, ਪਰ ਕੀ ਪਤਾ ਸੀ ਜਵਾਕ ਦੀ ਅੜੀ ਤਾਂ ਸੁਣਦੇ ਆਏ ਆ, ਜਦੋਂ ਵੱਡੇ ਵੀ ਅੜੀਆਂ ਕਰਨ ਫਿਰ ਕੀ ਕਰੀਏ। ਇਹਨੂੰ ਚੰਦਰੀ ਨੂੰ ਐ ਨਹੀਂ ਵੀ ਮੇਰੀ ਮਾਂ ਮੇਰੇ ਮੂਹਰੇ ਬਿਰੜੇ ਪਾਈ ਜਾਂਦੀ ਹੈ, ਮੈਂ ਕੁਛ ਤਾਂ ਸੋਚਾਂ। ਨਹੀਂ, ਕਿਸੇ ਗੱਲ ਤੇ ਆਈ, ਇਸੇ ਗੱਲ ਦਾ ਡਰ ਹੈ। ਇਹਦੇ ਕੋਲ ਪਿੰਡ ਦੇ ਨਾਲ ਲੱਗਦੇ ਪਿੰਡ ਦੀਆਂ ਕੁੜੀਆਂ ਕੰਮ ਸਿੱਖਣ ਆ ਜਾਂਦੀਆਂ। ਆ ਬਾਹਰਲੇ ਬਾਰ ਮੂਹਰੇ ਕਾਲੇ ਸ਼ੀਸ਼ੇ ਲਵਾਏ ਨੇ, ਇਹਨਾਂ 'ਚੋਂ ਅੰਦਰੋਂ ਤਾਂ ਪੂਰਾ ਦਿੰਦਾ, ਬਾਹਰੋਂ ਕੁਛ ਪਤਾ ਨਹੀਂ ਲੱਗਦਾ। ਪਰ ਇਹ ਡੇਰੇ ਬੰਨੀਓ ਘਰਾਂਚੋ ਵਾਲੇ ਮਿਸਤਰੀਆਂ ਦੀ ਕੁੜੀ ਕੰਮ ਸਿੱਖਣ ਆਉਂਦੀ। ਪਿੰਡ ਦੇ ਕੁਛ ਲੰਡਰ ਜੇ ਉਹਦੇ ਮਗਰ ਆਇਆ ਕਰਨ, ਗੰਦ ਬਕਿਆ ਕਰਨ। ਇੱਕ ਦੋ ਵਾਰੀ ਵੱਡਾ ਗੇਟ ਖੁੱਲ੍ਹਾ ਹੁੰਦਾ ਮੈਂ ਵੀ ਵੇਖੇ। ਕੁੜੀ ਨੇ ਕਮਲ ਨੂੰ ਦੱਸਿਆ, ਉਹਨੇ ਹਾਕਮ ਨਾਲ ਗੱਲ ਕੀਤੀ ਤਾਂ ਹਾਕਮ ਕਹਿੰਦਾ ਚੌਂਕੀ 'ਚ ਰਪਟ ਲਿਖਾਉਣੇ ਆ। ਲੈ ਕਿਹੜੀ ਚੌਂਕੀ? ਇਹ ਕਿੱਥੇ ਮੰਨਣ ਵਾਲੀ ਸੀ। ਚੌਂਕ 'ਚ ਜਾ ਖੜੀ, ਸਿੱਧੀਆਂ ਸੁਣਾਈਆਂ, ਮੁੜ ਕੇ ਨਹੀਂ ਛਿਪੇ ਇੱਧਰ ਕਦੇ, ਐਨੀ ਨਿੱਡਰ ਹੈ।
ਮੇਰੇ ਤਾਂ ਉਹਦੇ ਦਾ ਹਰ ਵੇਲੇ ਡਰ ਬਣਿਆ ਰਹਿੰਦਾ। ਹੁਣ ਇਹ ਸਾਰੀਆਂ ਗੱਲਾਂ ਮੇਰੇ ਸਹਿਮ ਦਾ ਸਬੱਬ ਬਣੀ ਜਾਂਦੀਆਂ ਨੇ। ਇਹਨੇ ਕੋਈ ਗੱਲ ਹੀ ਨਹੀਂ ਗੋਲੀ। ਸਰਸਰੀ ਮੇਰੇ ਸਰਾਣੇ ਖੜ ਕੇ ਕਹਿ ਗਈ, ਮੈਂ ਜਾਊਂਗੀ। ਇਹ ਦੋ ਲਫ਼ਜ਼ ਚੇਤੇ ਆਉਂਦੇ ਨੇ। ਮੇਰਾ ਅੰਦਰਲਾ ਬਾਹਰ ਨੂੰ ਆ ਰਿਹਾ। ਇਹਨੇ ਕੋਈ ਨਹੀਂ ਸੁਣੀ, ਆਪਦਾ ਰਾਗ ਅਲਾਪਦੀ ਤੁਰ ਗਈ। ਬਾਹਰਲਾ ਬਾਹਰ ਖੜਕਦਾ ਆ। ਨਿਗਾਹ ਤੇ ਦਿਮਾਗ ਤੇ ਪੂਰਾ ਜ਼ੋਰ ਦੇ ਕੇ ਬਾਹਰ ਬੰਨੀ ਝਾਕਦੀ ਆ। ਗੋਰੀ ਨਿਸ਼ੋ ਭਰਵੇ ਸਰੀਰ ਵਾਲੀ ਹੱਥ 'ਚ ਵੱਡਾ ਸਾਰਾ ਟੈਚੀ ਲਈ ਅੰਦਰ ਆਉਂਦੀ ਆ। ਮੈਮ ਅੱਜ ਪਾਰਲਰ ਤੇ ਹੈ ਨਹੀਂ, ਸੋਚਿਆ ਅੰਦਰੋਂ ਪਤਾ ਕਰ ਲਾਂ, ਕਹਿ ਕੇ ਉਹ ਮੇਰੇ ਕੋਲ ਪਈ ਪਲਾਸਟਿਕ ਦੀ ਕੁਰਸੀ ਤੇ ਬਹਿ ਜਾਂਦੀ ਹੈ। ਉਸ ਦਾ ਖੁੱਲ੍ਹਾ ਜਿਹਾ ਪਜਾਮਾ ਤੇ ਗੋਡਿਆਂ ਤੋਂ ਨੀਵਾਂ ਸਾਧਾਂ ਵਰਗਾ ਖੁੱਲ੍ਹਾ ਕੁੜਤਾ ਵੇਖ ਕੇ ਧੱਕ ਧੱਕ ਕਾਲਜਾ ਵੱਜਦਾ ਹੈ। ਇਹੋ ਜਿਹਾ ਹੀ ਪਾ ਕੇ ਅੱਜ ਉਹ ਨਿਕਲੀ ਹੈ ਘਰੋਂ। ਮੇਰੇ ਮੂਹਰੇ ਬੈਠੀ ਉਹ ਦਿੱਲੀ ਕਰਨਾਲ ਵਾਲੀ ਸਾਧਨੀ ਵਰਗੀ ਲੱਗਦੀ ਹੈ, ਜਿਹੜੀ ਤੜਕੇ ਤੜਕੇ ਹੀ ਟੈਲੀਵਿਜ਼ਨ ਤੇ ਕਥਾ ਜੀ ਕਰਦੀ ਹੁੰਦੀ ਹੈ। ਉਹਦੀਆਂ ਅੱਖਾਂ ਤੇ ਪਰਬੱਟੇ ਦਸੂਤੀ ਦੇ ਧਾਗੇ ਜਿੰਨੀਆਂ ਬਰੀਕ ਬਰੀਕ ਲਕੀਰਾਂ ਵਾਂਗੂ ਹੁੰਦੇ ਨੇ। ਇਹਨੇ ਵੀ ਬੈਠਦੀ ਨੇ ਆਪਦਾ ਰਾਗ ਲਾਪਣਾ ਸ਼ੁਰੂ ਕਰ ਦਿੱਤਾ। ਮਾਤਾ ਜੀ, ਇਹ ਸੋਹਣਾ ਬਣਨਾ ਤਾਂ ਹੀ ਹੈ, ਸਰੀਰ ਦੀ ਸਾਂਭ ਸੰਭਾਲ ਤੇ ਸਫਾਈ ਵੀ ਹੈ। ਜੇ ਆਪਾਂ ਹੱਥਾਂ ਪੈਰਾਂ ਤੇ ਨੋਹਾਂ ਦੀ ਸਫਾਈ ਨਾ ਕਰੀਏ ਤਾਂ ਹੇਠਾਂ ਮੈਲ ਜੰਮ ਜਾਂਦੀ ਹੈ। ਉਦੋਂ ਮਗਰੋਂ ਇਹ ਉੱਲੀ ਬਣ ਜਾਂਦੀ ਹੈ। ਨਹੀਂ, ਇਹ ਤਾਂ ਹੁਣੇ ਹੀ ਆਈ ਹੈ ਸਾਡੇ ਪਿੰਡਾਂ 'ਚ ਤਾਂ ਕਮਲ ਦੀ ਦੁਕਾਨ ਖੁੱਲ੍ਹਣ ਮਗਰੋਂ, ਜਦੋਂ ਦੀਆਂ ਤੁਸੀਂ ਆਉਣ ਲੱਗ ਪਈਆਂ। ਸਾਡੇ ਵੇਲੇ ਤਾਂ ਕੋਈ ਉੱਲੀ ਆਲੀ ਨਹੀਂ ਹੁੰਦੀ ਸੀ। ਇਹ ਸਭ ਕਾਸੇ ਤੋਂ ਪਹਿਲਾਂ ਵੀ ਲੋਕ ਸੋਹਣੇ ਬਣਦੇ ਸੀ, ਹਾਰ ਸ਼ਿੰਗਾਰ ਕਰਦੇ ਸੀ। ਹੁਣ ਭਾਈ ਪੈਸੇ ਦੀ ਖੇਡ ਹੋ ਗਈ। ਸਾਡੇ ਨਾਲ ਹੀ ਹੈ ਜੋਗਾ ਰੱਲਾ ਪਿੰਡ। ਲੋਕ ਦੱਸਦੇ ਨੇ ਵੀ ਉੱਥੇ ਪਰੀਆਂ ਆਈਆਂ ਸੀ, ਪਰੀਆਂ ਦੀ ਔਲਾਦ ਹੈ ਉੱਥੋਂ ਦੇ ਲੋਕ। ਸਾਰੇ ਮੁੰਡੇ ਕੁੜੀਆਂ ਇੱਕ ਤੋਂ ਇੱਕ ਸ਼ੈਲ ਜਵਾਨ ਨਿਖਰਦੇ ਨੇ। ਤੂੰ ਕਿੱਧਰ ਦੀ ਹੈ? ਮਾਤਾ ਜੀ, ਮੈਂ ਤਾਂ ਮੋਗੇ ਕੋਲ ਦੀ ਹਾਂ। ਲੈ, ਦੋਧਰ ਵਾਲੀ ਧੰਨ ਕੌਰ ਜਿਹਦੀ ਬੋਲੀ ਪੈਂਦੀ ਹੈ, ਸਾਰੇ ਤੁਹਾਡੇ ਮੋਗੇ ਕੋਲ ਦੀ ਉਹ ਸੀ। ਉਹਦੇ ਸੁਹੱਪਨ ਤੇ ਮੜਕ ਕਰਕੇ ਦੋਧਰ ਪਿੰਡ ਮਸ਼ਹੂਰ ਹੋਇਆ ਸੀ। ਉਹ ਮੋਟੀਆਂ ਮੋਟੀਆਂ ਬਲੌਰੀ ਅੱਖਾਂ ਮਟਕਾਉਂਦੀ ਹੋਈ ਬੋਲੀ, ਬੀਬੀ ਜੀ, ਮੈਂ ਇਹਨਾਂ ਗੱਲਾਂ ਬੰਨੀ ਕਦੇ ਧਿਆਨ ਨਹੀਂ ਦਿੱਤਾ। ਇਸੇ ਸੁਹੱਪਨ ਦੇ ਪੁਆੜੇ ਕਰਕੇ ਸ਼ਹਿਰ ਸਾਰਾ ਪਿੰਡਾਂ ਬੰਨੀ ਤੁਰਿਆ ਆਉਂਦਾ ਲੁੱਟਣ ਨੂੰ। ਨਿੱਤ ਨਵੀਆਂ ਖੇਡਾਂ ਖੇਡਦੇ ਨੇ ਵਪਾਰੀ। ਨਹੀਂ ਮਾਤਾ ਜੀ, ਅਸੀਂ ਤਾਂ ਮਿਹਨਤ ਕਰਦੀਆਂ। ਨਹੀਂ, ਤੁਹਾਡੀ ਗੱਲ ਨਹੀਂ, ਹੋਰ ਬਥੇਰੇ ਢੰਗ ਕਰਦੇ ਨੇ ਇੱਥੇ ਆ ਕੇ। ਇਹਦੇ ਨਾਲ ਇਹ ਗੱਲਾਂ ਮੈਂ ਅੰਦਰੋਂ ਉਖੜੇ ਮਨ ਨੂੰ ਉਡਕਾਉਣ ਦੇਣ ਲਈ ਮਾਰੀ ਜਾਂਦੀ ਹਾਂ। ਮਨ ਤਾਂ ਕਿਤੇ ਹੋਰ ਫਿਰਦਾ ਔਟ ਲਿਆ। ਕੁੜੀ ਵੀ ਉੱਠਣ ਨੂੰ ਔਲਦੀ ਹੈ। ਤੁਰਨ ਲੱਗੀ ਨੂੰ ਇੰਨਾ ਹੀ ਆਖਦੀ ਹਾਂ, ਬਾਹਰ ਭੇੜ ਜੀ ਬੀਬਾ। ਉਹਦੇ ਜਾਣ ਦੇ ਨਾਲ ਹੀ ਮਨ ਦੀਆਂ ਘੰਟੀਆਂ ਫਿਰ ਭੁਚਾਲ ਪਾਉਣ ਲੱਗ ਪਈਆਂ। ਆ ਜਿਹੜੀ ਉੱਠ ਕੇ ਗਈ ਹੈ, ਇਹਦਾ ਮੂੰਹ ਮਹਾਂਦਰਾ ਵੇਖ ਕੇ, ਗੱਲਾਂ ਸੁਣ ਕੇ ਮਨ ਟਿਕਣ ਦੀ ਬਜਾਏ ਸਗੋਂ ਹੋਰ ਉਖੜ ਗਿਆ। ਸਾਂਭ ਸੰਭਾਲ ਤੇ ਸਰੀਰ ਸੇਵਾ ਦੀਆਂ ਗੱਲਾਂ ਸੁਣ ਕੇ ਬਿਰਤੀ ਬਹੁਤ ਪਿਛਾਂਹ ਤੁਰ ਜਾਂਦੀ ਹੈ। ਆਪਦੀ ਹੋਈ ਬੀਤੀ ਮੂਹਰੇ ਆ ਖੜਦੀ ਹੈ। ਲੋਕਾਂ ਦੀਆਂ ਨੋਹਾਂ ਧੀਆਂ ਦੇ ਜਾਪੇ ਮੈਂ ਪਹਿਲਾਂ ਹੀ ਕਰਵਾਉਂਦੀ ਸੀ। ਹਾਕਮ ਹੋਰਾਂ ਦਾ ਪਿਓ ਤੁਰ ਗਿਆ, ਮੈਂ ਮਨ 'ਚ ਧਾਰ ਲਈ, ਹੁਣ ਇਹ ਜ਼ਿੰਦੜੀ ਲੋਕਾਂ ਦੇ ਲੇਖੇ ਹੀ ਲਾਉਣੀ ਆ। ਨਾ ਦਿਨ ਵੇਖਦੀ ਨਾ ਰਾਤ। ਜਦੋਂ ਕੋਈ ਆ ਜਾਂਦਾ ਉਹਦੇ ਨਾਲ ਹੀ ਤੁਰ ਪੈਂਦੀ। ਸਾਰੇ ਪਿੰਡ 'ਚ ਮੇਰੀ ਪੂਰੀ ਮਾਨਤਾ ਸੀ। ਲੋਕ ਗੱਲਾਂ ਕਰਦੇ, ਜਿਹੜੇ ਕੇਸ ਨੂੰ ਹੱਥ ਪਾਉਂਦੀ ਹੈ ਕੁਦਰਤ ਦੀ ਮਿਹਰ ਹੁੰਦੀ ਹੈ। ਜਿੰਦੇ ਵੀ ਘਰ ਗਈ ਹੈ, ਚੰਗੀ ਚੀਜ਼ ਦੇ ਬੂਟੇ ਲਾਏ ਨੇ। ਕੀ ਪਤਾ ਹੁੰਦਾ ਵਕਤ ਦਾ। ਉਹ ਦਿਨ ਕਿੱਥੇ ਭੁੱਲਦਾ। ਆਲਮ ਕੇ ਕੋਠਿਆਂ 'ਚੋਂ ਭੈਣੀ ਵਾਲਿਆਂ ਦਾ ਕਹਿਲਾ ਤੇ ਉਹਦੀ ਤੀਵੀਂ ਮੇਲੋ ਆ ਗਏ ਟਰੈਕਟਰ ਲੈ ਕੇ ਦਿਨ ਛਿਪੇ ਤੋਂ ਮਗਰੋਂ। ਦਬਾ ਦਬ ਟਰੈਕਟਰ ਤੋਂ ਉਤਰ ਕੇ ਮੇਲੋ ਕਹਿੰਦੀ, ਭਾਨੂ ਭੈਣੇ, ਸਾਰੇ ਪਿੰਡ ਨੂੰ ਪਤਾ ਤੇਰੇ ਹੱਥ ਜੱਸਦਾ। ਮੇਰੀ ਨਣਦ ਆਈ ਹੋਈ ਹੈ ਜਾਪੇ ਵਾਸਤੇ। ਸਾਨੂੰ ਭੁਲੇਖਾ ਰਹਿ ਗਿਆ। ਉਸ ਤੇ ਤਾਂ ਇੱਕਦਮ ਦਰਦਾਂ ਉੱਠ ਖੜੀਆਂ। ਤੂੰ ਚੱਲ ਹੁਣ ਸਾਡੇ ਨਾਲ। ਕੁੜੀ ਦਾ ਦੂਜਾ ਜਾਪਾ ਹੈ, ਪਹਿਲਾਂ ਗੋਦੀ ਕੁੜੀ ਹੈ। ਤੇਰੇ ਹੱਥੋਂ ਭਲਾ ਹੁੰਦਾ ਹੈ, ਤੇਰਾ ਮਾਣ ਤਾਣ ਪੂਰਾ ਕਰਾਂਗੇ, ਚੱਲ ਜ਼ਰੂਰ। ਹਾਂ ਭਾਈ ਭਾਨੋ, ਅਸੀਂ ਵੱਡੀ ਆਸ ਰੱਖ ਕੇ ਆਏ ਹਾਂ ਤੇਰੇ ਕੋਲ। ਮਗਰੇ ਕੈਲਾ ਬੋਲਦਾ। ਬਿਨਾਂ ਹੀਲ ਹੁਜਤ ਤੋਂ ਮੈਂ ਉਸੇ ਵਕਤ ਤੁਰ ਪਈ। ਕੁੜੀ ਦਰਦਾਂ ਨਾਲ ਕਰਾਹੀ ਜਾਵੇ। ਸਾਰਾ ਟੱਬਰ ਫਿਕਰਾਂ 'ਚ ਡੁੱਬਿਆ ਪਿਆ। ਜਮਾਈ ਆਇਆ ਬੈਠਾ, ਪਰੇ ਟਾਲੀ ਹੇਠ ਬੱਲਬ ਦੇ ਚਾਨਣੇ। ਮੈਂ ਸਿੱਧੀ ਸਬਾਤ 'ਚ ਵੜ ਗਈ। ਲੈ ਸਰਦਾਰਾ, ਲਿਆਂਦੀ ਵਿਓ ਮਾਤਾ, ਮੁੰਡਾ ਹੋ। ਕੇਲੇ ਦੇ ਬੋਲ ਮੇਰੇ ਕੰਨੀ ਪੈ। ਅੱਧੀ ਰਾਤ ਤਾਈਂ ਘੋਲ ਕਰਦੀ ਨੇ ਬੱਚਾ ਜਮਾਤਾ। ਨਾੜੂਆ ਕੱਟ ਕੇ ਪੁੱਠਾ ਲਮਕਾਤਾ। ਬੱਚੇ ਦੀ ਕਿਲਕਾਰੀ ਸੁਣ ਕੇ ਦੋਵੇਂ ਸਾਲਾ ਭਣੋਈਆ ਸਬਾਤ ਦੇ ਬਾਰ ਮੂਹਰੇ ਆ ਖੜੇ ਹੋਏ। ਵਿਰਲਾਂ ਵਿੱਚ ਦੀ ਕੇਲਾ ਪੁੱਛਦਾ ਆ, ਭਾਨੂ ਕੀ ਬੱਚਾ ਆ? ਮੱਖਿਆ ਰੱਬ ਦੀ ਮਰਜ਼ੀ ਹੈ ਭਾਈ, ਉਸ ਦੀ ਰਜ਼ਾ ਤੋਂ ਬਾਹਰ ਆਪਾਂ ਨਹੀਂ ਹੋ ਸਕਦੇ। ਧੀ ਆ ਗਈ। ਮੇਰੀ ਗੱਲ ਸੁਣ ਕੇ ਤਖਤੇ ਐਂ ਖੜਕੇ ਜਿਵੇਂ ਟੱਕਰ ਮਾਰੀ ਹੋਵੇ ਕਿਸੇ ਨੇ। ਕੁਝ ਚਿਰ ਮਗਰੋਂ ਮੈਂ ਬਾਹਰ ਆ ਕੇ ਕਿਹਾ, ਲੈ ਮੈਨੂੰ ਛੱਡ ਆਓ। ਕੈਲੇ ਨੇ ਟਰੈਕਟਰ ਸਟਾਰਟ ਕਰ ਲਿਆ। ਭਣੋਈਆ ਵੀ ਨਾਲ ਬਹਿ ਗਿਆ। ਦੋਵੇਂ ਧੁੱਤ ਹੋਏ ਪਏ। ਮਨ 'ਚ ਆਈ ਖੈਰ ਰਹੇ। ਟਰੈਕਟਰ ਦਾ ਘਗਾਟ ਪਵਾਈ ਜਾਵੇ। ਧੂਏ ਵਾਲੇ ਸਲੈਂਸਰ 'ਚੋਂ ਚੰਗਾੜੇ ਨਿਕਲ। ਟਰੈਕਟਰ ਪਿੰਡ ਬੰਨੀ ਲਿਜਾਣ ਦੀ ਥਾਂ ਪਰੇ ਮੋਟਰ ਬੰਨੀ ਮੋੜ ਲਿਆ। ਮੇਰਾ ਕਾਲਜਾ ਧੱਕ ਧੱਕ ਕਰੇ। ਇਹਨਾਂ ਦਾ ਬੇੜਾ ਬਹਿ ਜੇ। ਦੋਵੇਂ ਮੈਨੂੰ ਕੋਠੇ ਅੰਦਰ ਘੜੀਸ ਕੇ ਲੈ ਗਏ।
ਲੋਕਾਂ ਦੇ ਘਰ ਭਰ ਤੇ ਮੁੰਡਿਆਂ ਨਾਲ ਸਾਡੇ ਕੁੜੀਆਂ ਜਮਾਉਂਦੀਆਂ ਸਾਲੀਏ। ਦੋਵੇਂ ਜਮਦੂਤ ਫੁਕਾਰੇ ਮਾਰਨ, ਮੇਰੀ ਇੱਕ ਨਾ ਸੁਣੀ। ਕਿੰਨਾ ਚਿਰ ਮਗਰੋਂ ਟੁੱਟਦੇ ਸਾਹ ਲੈ ਡਿੱਗਦੀ ਪੈਂਦੀ ਮੈਂ ਬਾਹਰ ਆ ਗਈ। ਬੇਸੁਰਤ ਹੋਈ ਨੂੰ ਪਤਾ ਨਹੀਂ ਕੌਣ ਘਰੇ ਛੱਡ ਕੇ ਗਿਆ। ਸਾਰੀ ਰਾਤ ਵਿਲਕਦੀ ਰਹੀ, ਕਿਹਨੂੰ ਦੱਸਾਂ, ਕਿਹਦੇ ਕੋਲ ਰੋਵਾਂ। ਮਾਸੂਮ ਦੋਵੇਂ ਛੋਟੇ, ਉੱਠਣਾ ਤਾਂ ਕੀ, ਕੋਲ ਪਈ ਗੜਵੀ 'ਚੋਂ ਪਾਣੀ ਦੀ ਘੁੱਟ ਲੈਣਾ ਮੁਹਾਲ ਹੋਇਆ ਪਿਆ। ਮੈਂ ਕਿਹਾ, ਮੇਰੇ ਅਬਲਾ 'ਤੇ ਜ਼ੁਲਮ ਕੀਤਾ, ਪਾਪੀਓ, ਰੱਬ ਮਾਰੂ ਤੁਹਾਨੂੰ। ਇੱਥੇ ਹੀ ਭੁਗਤੋਗੇ, ਦੁਨੀਆ ਵੇਖੂਗੀ। ਰੱਬ ਤਾਂ ਫਿਰ ਵਿਖਾਉਂਦਾ ਆਪਦੇ ਰੰਗ। ਉਹ ਮਾਖੇ ਆਲਾ ਝੋਟਾ ਜਿਹਾ ਜਿਹੜਾ ਜ਼ਿਆਦੇ ਹੰਕਾਰਿਆ ਸੀ, ਲੋਈ ਦੀਆਂ ਬੁੱਕਲਾਂ ਵਾਲਿਆਂ ਦੇ ਚੜ ਗਿਆ। ਡਿੱਕੇ ਦਾਰੂ ਦਾ ਡੱਕਿਆ ਹੋਇਆ ਉਹਨਾਂ ਮੂਹਰੇ ਉਰਲ ਜਾ ਕਰੇ। ਉਹਨਾਂ ਨੇ ਚਾੜਤਾ ਗੱਡੀ। ਉਸੇ ਹਨੇਰੀ 'ਚ ਕੌਣ ਪੁੱਛਦਾ ਸੀ। ਇੱਥੋਂ ਵਾਲਾ ਸਾਰਾ ਟੱਬਰ ਲੁਕਦਾ ਫਿਰੇ। ਪਿੰਡ 'ਚੋਂ ਕੋਈ ਮਕਾਨ ਵੀ ਨਹੀਂ ਗਿਆ। ਉਹ ਕਹਿਲਾ ਕੀੜੇ ਪੈਣਾ ਜਾਂਦਾ ਸੀ ਆਪਦੀ ਭੈਣ ਦੀ ਜ਼ਮੀਨ ਜਮੂਨ ਵਾਹੁਣ ਟਰੈਕਟਰ ਲੈ ਕੇ। ਰਾਤ ਨੂੰ ਜਾਂਦਾ ਸਨੇ ਟਰੈਕਟਰ ਭਾਖੜਾ 'ਚ ਡਿੱਗ ਪਿਆ। ਤੀਜੇ ਦਿਨ ਕੁਸਲੇ ਵਾਲੇ ਹੈਡਾਂ ਤੋਂ ਲਾਸ਼ ਥਿਆਈ ਸੀ। ਡੇਰੇ ਵਾਲੇ ਸਿਵਿਆਂ 'ਚੋਂ ਲੱਟ ਮੱਚਦੀਆਂ ਲਾਟਾਂ ਨੇ ਮੇਰੇ ਅੰਦਰ ਬਲਦੀ ਅੱਗ ਤੇ ਭਾਂਬੜ ਨੂੰ ਕੁਝ ਮੱਠਾ ਕੀਤਾ। ਅੰਗਿਆਰੇ ਤਾਂ ਹਾਲੇ ਵੀ ਉਵੇਂ ਬਲਦੇ ਆ। ਇਹ ਸਰੀਰ ਦੇ ਨਾਲ ਹੀ ਜਾਣਗੇ। ਰੁੜ ਜਾਣੇ ਮਲੰਗ ਸੀ ਸਾਰੇ। ਖੇਤ ਕੱਚੇ ਕੋਠਿਆਂ 'ਚ ਬੈਠੇ ਸੀ। ਹੁਣ ਆ ਪਿਛਲੇ ਵੇਲਿਆਂ ਕੁਝ ਜ਼ਮੀਨ ਬਿਜਲੀ ਵਾਲੇ ਕਾਰਖਾਨੇ 'ਚ ਆ ਗਈ, ਪੈਸੇ ਮਿਲ ਗਏ। ਔਲਾਦ ਨੇ ਉਹਦੀਆਂ ਕੋਠੀਆਂ ਪਾ ਲਈਆਂ। ਜ਼ਮੀਨ ਕਿਹੜੀ ਸੀ ਉਹ ਮਾਰ ਕੇ ਮੇਰੇ ਦੀ। ਮੂਸੀਆਂ ਕਿਰਲੀਆਂ ਦੀ ਖਾਦ, ਟਿੱਬੇ ਕੱਕਾ ਰੇਤਾ ਕਹਾਉਂਦੇ ਤਾਂ ਮਾਰ ਕੇ ਫੰਨੇ ਖਾਣੇ ਆਪਦੇ ਆਪ ਨੂੰ। ਬੈਂਕ ਦਾ ਕਰਜ਼ਾ ਸਿਰ ਹੈ। ਇਹਨਾਂ ਅੰਨੀਆਂ ਬੋਲੀਆਂ ਹਨੇਰੀਆਂ ਦੀ ਭੰਨੀ ਪਈਆਂ, ਪਰ ਇਹਨੂੰ ਕੋਈ ਖਿਆਲ ਹੀ ਨਹੀਂ। ਭੱਲੜੀ ਨੇ ਆ ਜਿਹੜੀ ਨਵੀਂ ਜਿੱਦ ਫੜੀ ਹੈ, ਇਹਨੇ ਮੇਰਾ ਅੰਦਰਲਾ ਨਸੂਰ ਫਿਰ ਉਚੇੜ ਦਿੱਤਾ। ਰਿਸਦਾ ਰਹੂ ਸਾਰੀ ਉਮਰ। ਚੰਦਰੀ ਕੁਛ ਤਾਂ ਅਸਰ ਕਰਦੀ ਮੇਰੇ ਕਹੇ ਦਾ। ਬਾਹਰਲਾ ਗੇਟ ਖੜਕਦਾ, ਬਰਾਂਡੇ 'ਚ ਬੈਠਾ ਕੁੱਤਾ ਭੌਂਕਦਾ। ਨਿਢਾਲ ਹੋਇਆ ਪਿਆ ਸਾਰਾ ਸਰੀਰ, ਅੰਨੀਆਂ ਹੁੰਦੀਆਂ ਜਾ ਰਹੀਆਂ ਅੱਖਾਂ ਦੀ ਬਚਦੀ ਜੋਤ ਵਿਹੜੇ ਬੰਨੀ ਜਾਂਦੀ ਹੈ। ਕਾਲੀ ਨਾਲ ਅੰਦਰ ਆਉਂਦੀ ਕਮਲ ਨੇ ਬੈਗ ਮੇਜ਼ 'ਤੇ ਰੱਖ ਦਿੱਤਾ। ਮੈਂ ਸ਼ੱਕੀ ਨਿਗਾਹਾਂ ਨਾਲ ਉਹਦੇ ਸਰੀਰ ਨੂੰ ਪੈਰਾਂ ਤੋਂ ਸਿਰ ਤਾਈਂ ਟੋਹਣ ਲੱਗਦੀ ਹਾਂ। ਕਿਧਰੇ ਕੋਈ ਵਿੰਗ ਵਲੇਵਾ ਦਿਸਿਆ ਤਾਂ ਹੈ ਨਹੀਂ। ਉਸਨੇ ਫਰਿੱਜ 'ਚੋਂ ਪਾਣੀ ਦੀ ਬੋਤਲ ਕੱਢ ਢੱਕਣ ਖੋਲ੍ਹ ਕੇ ਸਿੱਧੀ ਮੂੰਹ ਨੂੰ ਲਾ ਲਈ ਹੈ। ਬੋਤਲ ਮੇਜ਼ 'ਤੇ ਰੱਖਦੀ ਬੋਲੀ, ਬੀਬੀ ਘਰ ਤਕੜਾ ਸੀ, ਮਹਿਲ ਵਰਗੀ ਕੋਠੀ, ਵਧੀਆ ਮਾਣ ਤਾਣ ਕੀਤਾ। ਜਿੰਨੇ ਕੀਤੇ ਸੀ ਉਸ ਤੋਂ 700 ਵੱਧ ਦਿੱਤੇ। ਜਾਂਦਿਆਂ ਨੂੰ ਕਾਜਲ ਪਾਰਲਰ ਆਉਂਦੀ ਮਿਲ ਗਈ। ਮੈਂ ਬਾਹਰੋਂ ਹੀ ਨਾਲ ਲੈ ਗਈ ਕਾਰ 'ਚ ਬਿਠਾ ਕੇ। ਉਹਨੂੰ 500 ਅੱਡ ਦਿੱਤਾ ਆ। ਵਿਆਂਦਰ ਕੁੜੀ ਵਧੀਆ ਸਜਾਤੀ, ਅਸੀਂ ਸਾਰੇ ਖੁਸ਼ ਹੋ ਗਏ। ਹੁਣ ਇਹਨੂੰ ਮੈਂ ਕੀ ਦੱਸਾਂ, ਉਹ ਵੀ ਉਸੇ ਕੰਜਰ ਕੈਲੇ ਦੀ ਪੋਤੀ ਆ। ਆਹੀ ਬਹੁਤ ਆ, ਇਹ ਸਹੀ ਸਲਾਮਤ ਆ ਗਈ। ਹੋਰ ਮੈਨੂੰ ਕੀ ਚਾਹੀਦਾ। ਮੰਜੇ ਤੋਂ ਉੱਠ ਕੇ ਉਸ ਨੂੰ ਹਿੱਕ ਨਾਲ ਲਾ ਲਿਆ। ਧੰਨਵਾਦ। ਚੌਹਾਨ ਇੰਟਰਟੇਨਮੈਂਟ ਤੁਹਾਡਾ ਆਪਣਾ, ਤੁਹਾਡੇ ਲਈ।